वेलकम बैक टू द चैनल गाइज। की हाल चाल? ठीक ठाक हूँ, मैं भी बहुत बढ़िया, थैंक्स फॉर आस्किंग। सो ਤੁਹਾਨੂੰ पता है कि जो हालात है, जो दुनिया के हालात है वो किन्ने माड़े हो चुके हैं। मुसलमान देश इकट्ठे हो रहे हैं। इजराइल ते पाकिस्तान जो अमेरिका है, इजराइल ਤੁਹਾਨੂੰ ਪਤਾ ਸਾਰਿਆਂ ਨਾਲ ਪੰਗੇ ਲੈਣ ਡਿਆ। ਪਿੱਛੇ ਜਿਹਨੇ ਕਤਰ ਤੇ ਵੀ ਹਮਲਾ ਕੀਤਾ ਤੇ ਸਾਊਦੀ ਅਰੇਬੀਆ ਵੀ ਅੱਗੇ ਆ ਗਿਆ ਤੇ ਸਾਊਦੀ ਅਰੇਬੀਆ ਦੇ ਨਾਲ ਪਾਕਿਸਤਾਨ ਦੀ ਇੱਕ ਡੀਲ ਹੋਈ ਆ। ठीक है जी, वो डील किहड़ी है ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ। ਇੱਕ ਵੀਡੀਓ ਉਹਦੇ 'ਚ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਜ਼ਰਾਈਲ ਦੇ ਕੁਝ ਇਹੋ ਜਿਹੇ ਫਾਈਟਰ ਜੈਟਸ ਹੈ ਜਿਨ੍ਹਾਂ ਨੂੰ ਅੱਜ ਤੱਕ ਕੋਈ ਵੀ ਗਿਰਾ ਨਹੀਂ ਸਕਿਆ। ठीक है, पर सिर्फ एक देश है ਜਿਹੜਾ ਗਿਰਾ ਸਕਿਆ। ਮੈਂ ਤੁਹਾਨੂੰ ਦੱਸਦਾ ਹਾਂ ਕਿਹੜਾ। ਸੋ ਪਹਿਲਾਂ ਗੱਲ ਕਰਦੇ ਹਾਂ ਕਿ ਸਾਊਦੀ ਅਰੇਬੀਆ ਤੇ ਪਾਕਿਸਤਾਨ ਦੀ ਜਿਹੜੀ ਇਹ ਡੀਲ ਹੋਈ ਆ, ਉਹ ਡੀਲ ਕੀ ਹੈ? ਉਹ ਡੀਲ ਇੱਕ ਤਰ੍ਹਾਂ ਦੀ ਜਿਵੇਂ ਨੈਟੋ ਅਲਾਈਅੰਸ ਹੈ ਨਾ, ਉਸ ਤਰ੍ਹਾਂ ਦੀ ਹੋਈ ਹੈ। ਕੱਲ ਨੂੰ ਇਹਦੇ ਵਿੱਚ ਹੋਰ ਦੇਸ਼ ਵੀ ਜਿਹੜੇ ਸ਼ਾਮਲ ਹੋ ਸਕਦੇ ਆ। ਸੋ ਇਹ ਡੀਲ ਕੀ ਹੈ ਕਿ ਜੇਕਰ ਪਾਕਿਸਤਾਨ ਦੇ ਕੋਈ ਵੀ ਦੇਸ਼ ਅਟੈਕ ਕਰਦਾ ਤਾਂ ਸਾਊਦੀ ਅਰੇਬੀਆ ਸਮਝੂਗਾ ਕਿ ਇਹ ਸਿੱਧਾ ਉਹਨਾਂ ਤੇ ਅਟੈਕ ਹੈ ਤੇ ਉਹ ਪਾਕਿਸਤਾਨ ਦੀ ਹੈਲਪ ਦੇ ਲਈ ਆਪਣੀ ਪੂਰੀ ਜੱਦੋ ਜਹਿਦ ਲਾ ਦੂਗਾ, ਆਪਦਾ ਪੂਰਾ ਸਮਾਨ ਲੈ ਕੇ ਉੱਥੇ ਹਾਜ਼ਰ ਹੋ ਜਾਊਗਾ। ਠੀਕ ਹੈ ਜੀ, ਪੂਰੀ ਮਤਲਬ ਐ ਤਨ ਮਨ ਧਨ ਦੇ ਨਾਲ ਜਿਹੜੀ ਹੈਲਪ ਕਰੂਗਾ ਪਾਕਿਸਤਾਨ ਦੀ। ਸੇਮ ਐਜ਼ ਜੇਕਰ ਸਾਊਦੀ ਅਰੇਬੀਆ ਤੇ ਕੋਈ ਬੰਦਾ ਅਟੈਕ ਕਰਦਾ, ਕੋਈ ਦੇਸ਼ ਅਟੈਕ ਕਰਦਾ, ਤਾਂ ਪਾਕਿਸਤਾਨ ਉਹਦੀ ਤਨ ਮਨ ਧਨ ਦੇ ਨਾਲ ਜਿਹੜੀ ਹੈ ਪੂਰੀ ਹੈਲਪ ਕਰੂਗਾ। ਠੀਕ ਹੈ ਜੀ, ਇਹ ਡੀਲ ਹੈ। ਸੋ ਇਹ ਡੀਲ ਇਸ ਟਾਈਮ ਤੇ ਹੋਈ ਹੈ ਜਿਸ ਟਾਈਮ ਤੇ ਤੁਸੀਂ ਦੇਖ ਸਕਦੇ ਹੋ ਕਿ ਇਜ਼ਰਾਈਲ ਜਿਹੜਾ ਕਿ ਅੱਗੇ ਖਤਰਨਾਕ ਕਿਸਮ ਦਾ ਜਿਹੜਾ ਇੱਕ ਗੋਲਾ ਸਿੱਟਣ ਡਿਆ। ਠੀਕ ਹੈ, ਤਾਂ ਉਹ ਫਿਰ ਸਾਊਦੀ ਅਰੇਬੀਆ ਨੇ ਵੀ ਸੋਚਿਆ ਵੀ ਜਿਹੜਾ ਕੋਈ ਵੀ ਮੁਸਲਿਮ ਦੇਸ਼ ਹੈ, ਜਿਹੜਾ ਤਾਕਤਵਰ ਮੁਸਲਿਮ ਦੇਸ਼ ਹੈ, ਉਹਦੇ ਨਾਲ ਸਾਨੂੰ ਡੀਲ ਕਰਨੀ ਚਾਹੀਦੀ ਹੈ। ਠੀਕ ਹੈ, ਤੇ ਪਾਕਿਸਤਾਨ ਉਹ ਚੀਜ਼ ਜੇ ਤੁਹਾਨੂੰ ਪਤਾ ਕਿ ਉਹ ਡਿਫੈਂਸ ਸਿਸਟਮ ਕਾਫੀ ਸਟਰੋਂਗ ਰੱਖਦਾ ਇਸ ਮਾਮਲੇ 'ਚ। ਦੈਟਸ ਵਾਈ ਜਿਹੜਾ ਸਾਊਦੀ ਅਰੇਬੀਆ ਨੇ ਡੀਲ ਕੀਤੀ ਤੇ ਪਾਕਿਸਤਾਨ ਨੇ ਵੀ ਸ਼ਾਇਦ ਇਸ ਕਰਕੇ ਕੀਤੀ ਕਿ ਉਹਨਾਂ ਨੂੰ ਵੀ ਪਤਾ ਵੀ ਅਮਰੀਕਾ ਦਾ ਕੋਈ ਪਤਾ ਨਹੀਂ। ਠੀਕ ਹੈ, ਚਾਈਨਾ ਨੇ ਵੀ ਪਹਿਲਾਂ ਪਿੱਠ ਦਿਖਾਤੀ ਸੀ ਵਿੱਚੋਂ ਜੇ, ਤੇ ਅਮਰੀਕਾ ਦਾ ਵੀ ਕੋਈ ਪਤਾ ਨਹੀਂ ਵੀ ਉਹ ਅੰਦਰ ਖਾਤੇ ਇਜ਼ਰਾਈਲ ਦੀ ਕਿੰਨੀ ਸਪੋਰਟ ਕਰ ਰਿਹਾ ਤੇ ਮੂੰਹ ਤੇ ਮੀਆਂ ਮਿੱਠੂ ਵਾਲੀ ਜਿਹੜੀ ਗੱਲਬਾਤ ਹੈ, ਤਾਂ ਕਰਕੇ ਉਹ ਕਹਿੰਦੇ ਵੀ ਅਸੀਂ ਵੀ ਡੀਲ ਕਰ ਲੈਂਦੇ ਹਾਂ। ਠੀਕ ਹੈ, ਸੋ ਇਹ ਜਿਹੜਾ ਮੋਟਾ ਆਪਾਂ ਨੂੰ ਇੱਕ ਆਮ ਨਾਗਰਿਕ ਦੇ ਤੌਰ ਤੇ ਜਿਹੜੀ ਗੱਲ ਸਮਝ ਆਉਂਦੀ ਹੈ ਇਹ ਉਹ ਆ। ਹੁਣ ਅੰਦਰਲੀਆਂ ਗੱਲਾਂ ਕੀ ਆ ਉਹਦੇ ਬਾਰੇ ਤਾਂ ਆਪਾਂ ਨੂੰ ਪਤਾ ਨਹੀਂ। ਮੈਂ ਅੱਗੇ ਗੱਲ ਕਰ ਰਿਹਾ ਸੀਗਾ ਕਿ ਇਜ਼ਰਾਈਲ ਦਾ ਫਾਈਟਰ ਜੈਟ ਕੋਈ ਕਿਸੇ ਦੇਸ਼ ਦੇ ਵਿੱਚ ਹਿੰਮਤ ਨਹੀਂ ਸੀ, ਪਰ ਇੱਕ ਦੇਸ਼ ਸੀ। ਉਹ ਦੇਸ਼ ਕਿਹੜਾ ਸੀ? ਉਹ ਦੇਸ਼ ਸੀ ਪਾਕਿਸਤਾਨ ਦਾ 1967 ਦੇ ਵਿੱਚ ਕੋਈ ਗੱਲਬਾਤ ਸੀਗੀ, ਉਹ ਆਪਾਂ ਪੂਰੀ ਵੀਡੀਓ ਦੇ ਵਿੱਚ ਦੇਖਾਂਗੇ ਅੱਗੇ ਗੱਲਬਾਤ ਕੀ ਹੈ। ਠੀਕ ਹੈ, ਉਹ ਇੱਕ ਫਾਈਟਰ ਜੈਟ ਜਿਹੜਾ ਇੱਕ ਪਾਕਿਸਤਾਨੀ ਪਾਇਲਟ ਨੇ ਗਿਰਾਇਆ ਸੀਗਾ। ਠੀਕ ਹੈ, ਤੇ ਇਹਦੇ ਵਿੱਚ ਹੁਣ ਇੰਡੀਆ ਲਈ ਵੀ ਟੈਨਸ਼ਨ ਦੀ ਗੱਲ ਕੀ ਹੈ ਉਹ ਵੀ ਆਪਾਂ ਅੱਗੇ ਸਾਰੀ ਗੱਲਬਾਤ ਕਰਾਂਗੇ ਕਿ ਪਾਕਿਸਤਾਨ ਤੋਂ ਕੀ ਜਿਹੜਾ ਡਰਨ ਦੀ ਲੋੜ ਹੈ ਇੰਡੀਆ ਨੂੰ ਇਸ ਮਾਮਲੇ ਦੇ ਵਿੱਚ। ਠੀਕ ਹੈ, ਸੋ ਲੈਟਸ ਵਾਚ ਇਟ ਆਊਟ ਐਂਡ ਦੇਖੋ ਇਹ ਗੱਲਾਂ ਆਪਾਂ ਨੂੰ ਪਤਾ ਹੋਣੇ ਚਾਹੀਦੀਆਂ ਕਾਮ ਨਾਗਰਿਕ ਦੇ ਕਰਕੇ। ਠੀਕ ਹੈ, ਤਾਂ ਕਰਕੇ ਮੈਂ ਤੁਹਾਡੇ ਲਈ ਲੀਡ ਵੀਡੀਓ ਲੈ ਕੇ ਆਇਆ। ਸੋ ਵਿਦਆਊਟ ਵੇਸਟਿੰਗ ਟਾਈਮ ਲੈਟਸ ਸਟਾਰਟ ਦਾ ਵੀਡੀਓ। ਪੂਰੀ ਵੀਡੀਓ ਦੇਖਿਓ ਬਿਲਕੁਲ ਐਂਡ ਤੱਕ। ਦੋਸਤੋ, ਜੇ ਤੁਸੀਂ ਸਾਡਾ ਕੰਮ ਪਸੰਦ ਕਰਦੇ ਹੋ ਤਾਂ ਤੁਸੀਂ ਸਾਡੀ ਮੈਂਬਰਸ਼ਿਪ ਲਈ ਜੁਆਇਨ ਕਰਕੇ ਸਾਨੂੰ ਸਪੋਰਟ ਕਰ ਸਕਦੇ ਹੋ। ਸਾਰੇ ਮੈਂਬਰਾਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ। 1 2 3 एंड स्टार्ट। पर है एक अलवी नाम के सैफुल आजम नाम है, अलवी कहा जाता है। उनका पूरा नाम सैफुल आजम है। पायलट इन्होंने एक अकेला वो बंदा है ये जिसने पाकिस्तान के एक झटके में अपने ही दम पर 2 फाइटर जेट मार गिराए थे। 1967 में जो 6 डेज वॉर हुई थी उस दौरान जॉर्डन का जहाज इस्तेमाल करके पाकिस्तानी सैफुल आजम ने इजराइल के फाइटर जेट को गिराया। फिर सीरिया के ऊपर इजरायली मिराज को 1974 में सीरियन एयरफोर्स MiG-21 का इस्तेमाल करके जो योम किप्पुर वॉर कहलाता है, ऐतिहासिक है, सैफुल आजम ने इजराइल के फाइटर जेट को मार गिराया। वहीं याद होगा कि जब इजराइल ने फाइटर जेट उड़ा दिया था पाकिस्तान का परमाणु प्लांट उड़ाने के लिए, तो जब इजराइल के फाइटर जेट हवा में थे और पाकिस्तान के करीब पहुंचने वाले थे और सऊदी अरब ने यह जानकारी पाकिस्तान को दे दी थी कि भाई इजराइल के फाइटर जेट हवा में हैं और आप पर हमला होने वाला है। उस वक्त पाकिस्तान ने क्लियर कट ऐलान कर दिया था कि अगर हम पर हमला हुआ तो यह ऐलान जंग होगा और इजराइल को हम सीधा बजाएंगे और कोई बीच में नहीं आएगा। यही तमाम रिकॉर्ड देखने के बाद सऊदी अरब ने पाकिस्तान से डिफेंस की इतिहास की सबसे बड़ी डील कर ली है। पाकिस्तान के डिफेंस मिनिस्टर ने इसके बाद मांग की है। यार ਉਹਨਾਂ ਇੱਕ ਗੱਲ ਸੋਚਣ ਵਾਲੀ ਹੈ ਵੀ ਇਜ਼ਰਾਈਲ ਦੇਖੋ ਐਡਾ ਕੁ ਦੇਸ਼ ਹੈ, ਮਤਲਬ ਐਡਾ ਕੁ, ਮੇਰਾ ਮਤਲਬ ਸਮਝੋ ਗੱਲ ਨੂੰ ਕਹਿਣ ਦਾ ਵੀ ਉਹਦੇ ਮੁਕਾਬਲੇ ਰਸ਼ੀਆ, ਚਾਈਨਾ, ਅਮਰੀਕਾ, ਇੰਡੀਆ, ਪਾਕਿਸਤਾਨ, ਮਤਲਬ ਇਹ ਵੱਡੇ ਵੱਡੇ ਦੇਸ਼ ਹੈ ਜਿਹੜੇ ਬਹੁਤ ਪਾਵਰ ਰੱਖਦੇ ਆ। ਪਰ ਇਜ਼ਰਾਈਲ ਐਡਾ ਕੁ ਦੇਸ਼ ਹੈ ਤੇ ਉਹਨੇ ਦੇਖ ਲਓ ਸਾਰਿਆਂ ਨੂੰ ਜਿਹੜਾ ਆਪਦੇ ਆਸੇ ਪਾਸੇ ਨਾ ਸਾਰੇ ਦੁਸ਼ਮਣ ਹੀ ਬਣਾਈ ਬੈਠਾ। ਤੇ ਯਾਰ ਕਮਾਲ ਹੈ ਯਾਰ, मतलब समझ तो बाहर है भी ਉਹਦਾ प्लान की है कि हमें इस्लामिक नेटो बनाना चाहिए, जिसकी लगभग शुरुआत आज हम अपनी आंखों से देख रहे हैं। शायद ये इस्लामिक नेटो है जिसकी शुरुआत पाकिस्तान और सऊदी अरब ने एक दूसरे का हाथ थाम के कर दी है। उधर अमेरिका और कतर, आपको पता है ना, ई कॉमर्स में जो सबसे बड़ा लॉस होता है वो होता है RTO का। RTO मतलब होता है रिटर्न
डिफेंस साइन करने वाले हैं, डिफेंस डील। बल्कि कतर बेवकूफ को तो पाकिस्तान और सऊदी अरब के साथ करना चाहिए। इतने बड़े झटके खाने के बाद भी कतर आज भी अमेरिका से डिफेंस की डील करने की तैयारी है। डिफेंस डील तो पहले से shit, थी, man. तब भी इजराइल हमला कर चुका है ਇਹ ना। ਕੀ ਕਤਰ ਨੇ ਇਹ ਤਾਂ ਗਲਤ ਫੈਸਲਾ ਲੱਗਣ ਡਿਆ ਯਾਰ ਵਾਕਈ। सऊदी अरब ने जो किया, आपको कैसा लग रहा है ये कदम पाकिस्तान और सऊदी अरब का कमेंट जरूर कीजिएगा। वहीं जो एयर ट्रैफिक कंट्रोल है उससे ये नजर आ रहा है कि कतर के अंदर जो अमेरिका का सबसे बड़ा बेस है, अमेरिका कतर के अपने बेस से मैक्सिमम हथियारों को निकाल कर इजराइल भेज रहा है। सऊदी ने इतना बड़ा काम कर दिया तो तुरंत अमेरिका में खलबली मच गई। अमेरिका के जो सेंटोम के कमांडर हैं वो सऊदी अरब पहुंचे, मोहम्मद बिन सलमान से मुलाकात की और सऊदी अरब के डिफेंस मिनिस्टर से मुलाकात की। जाहिर सी बात है अब अमेरिका सऊदी अरब को समझा रहा होगा कि भाई ऐसे नहीं करो यार, इन मामला समझा करो यार हमें। लेकिन अब अरब देशों को अमेरिका और इजराइल पर भरोसा नहीं होना चाहिए। नेतन्याहू ने उधर घुमाने वाली बात कही क्योंकि सबको पता है कि नेतन्याहू की गलती है। नेतन्याहू ने स्टेटमेंट जारी किया और बयान दिया कि जब अमेरिका ने अफगानिस्तान पर हमला किया तो किसी ने अमेरिका का विरोध नहीं किया क्योंकि सबको पता था कि अफगानिस्तान में अलकायदा है, सब खामोश रहे। और जब पाकिस्तान के अंदर अमेरिका ने हमला किया, सबको पता था कि वहां भी ओसामा बिन लादेन है, एक आतंकवादी है। तो वॉयलेशन तो अमेरिका ने भी किया लेकिन आतंकवाद के खिलाफ किया, दुनिया खामोश रही। और जब हमने कतर पर हमला किया और आतंकवादी संगठन पर हमला किया तो सब आलोचना कर रहे हैं और हमें पता ही नहीं था कि कतर हमारी तरफ है या न्यूट्रल है। यानी नेतन्याहू ये कहना चाह रहा है कि हमें लगा कि कतर हमारी तरफ होगा और हम कुछ भी करेंगे, आतंकवाद का नाम लेके किसी को भी कतर में मारेंगे और कतर खामोश रहेगा। ये है वो बयान, सुन लीजिए। United States bombed Afghanistan because that's where Al-Qaeda was. And then they bombed Pakistan because that's where bin Laden was. Now, nobody said, my God, a terrible thing happened. America violated the sovereignty of Afghanistan or America violated the sovereignty of Pakistan. Don't harbor terrorists. Nobody will have to act on your territory. But it's our right, our internationally recognized right of states to act against terrorists who who attack them from other states. This is what we did. And the hypocrisy of those who condemn Israel is just so obvious. They shouldn't condemn Israel. They should commend Israel for going against the Hamas terrorists who not only endanger us, but endanger all of them. And most of them have already outlawed the Muslim Brotherhood. So I don't buy the hypocrisy and I don't buy the condemnation. उधर इजराइल ने सीरिया को प्रपोजल दिया है कि जो हमारा बॉर्डर मिलता है जिस इलाके में, उस इलाके में सीरिया की फौज तैनात नहीं होगी, उस इलाके का एयर स्पेस नो फ्लाई जोन होगा, वहां कोई भी फ्लाइट, वहां ड्रोन, फाइटर जेट नहीं जाएगा और हम माउंट हेरमोन पर हमेशा तैनात रहेंगे नजर रखने के लिए। और आप यानी सीरिया अपना एयर स्पेस इस्तेमाल करने देगा इजराइल को ईरान पर हमला करने के लिए। तो अब ये जो लास्ट वाला पॉइंट है, इसमें तो खुद जोलानी को इंटरेस्ट है और जोलानी बहुत जल्द आप देखेंगे ये डील कर भी लेगा। और ये डील करने के बाद भी भविष्य में याद रखिएगा, मैं रहूं ना रहूं, कि ये डील करने के बाद भी इजराइल सीरिया को कुत्ते की तरह पीटता रहेगा। ग्राउंड की सुन लीजिए, इन तमाम चीजों के बावजूद सीरिया के अंदर 2 अलग अलग गांव के अंदर इजराइल की सेना ने घुसकर रेड करी है। उधर जोलानी को यह प्रपोजल दे रहा है और पीछे से जोलानी की वही खबर यह है कि लंदन में इजराइल और सीरिया के ऑफिशियल यानी जोलानी के ऑफिशियल मिलने वाले हैं, जहां कई अहम डील हो सकती है। वहीं लेबनान पर भी इजराइल का हमला जारी है। इजराइल ने लेबनान पर हमला करके 2 लोगों को मार दिया है, कई लोग घायल हैं। इजराइल के निशाने पर क्या क्या है आपको पता है, ये तस्वीर देखिए। इजराइल खासकर गाजा के अंदर अगर कोई मस्जिद, कोई मीनार, कोई गुंबद नजर आ रही है तो उसको स्पेशली निशाना बनाकर उड़ा रहा है। उधर जापान की हालत पतली। जापान ने कहा कि हम फिलिस्तीन को मान्यता नहीं देने वाले, क्योंकि ऐसा अगर हमने किया तो हमारे रिश्ते अमेरिका से खराब हो जाएंगे। वहीं ब्रिटेन फिलिस्तीन को मान्यता देने वाला था, लेकिन अचानक से डोनाल्ड ट्रंप ब्रिटेन पहुंच गए, जिसकी वजह से ब्रिटेन ने मान्यता देना जो है डिले कर दिया है। इजराइल के ऊपर आज भी हुथीस की मिसाइल पहुंच रही है। ਪਰ ਜਿਹੜੇ ਕਈ ਅਮਰੀਕਨ ਲੋਕ ਹੈ ਨਾ, ਉਹ ਪੈਲੇਸਟਾਈਨ ਦੀ ਸਪੋਰਟ ਦੇ ਵਿੱਚ ਆ। ਬਹੁਤ ਸਾਰੇ ਸੋਸ਼ਲ ਮੀਡੀਆ ਤੇ ਤੁਸੀਂ ਟ੍ਰੈਂਡ ਦੇਖੇ ਹੋਣੇ ਆ, ਕਈ ਥਾਵਾਂ ਤੇ ਪ੍ਰੋਟੈਸਟ ਵੀ ਹੋਇਆ ਹੈ ਕਿ ਜੋ ਅਮਰੀਕਨਸ ਹੈ ਉਹ ਪੈਲੇਸਟਾਈਨਸ ਨੂੰ ਸਪੋਰਟ ਕਰ ਰਹੇ ਆ। ਐਂਡ ਮੈਂ ਵੀ ਫੇਸਬੁੱਕ ਤੇ ਵੀ ਕਾਫੀ ਸਾਰੀਆਂ ਪੋਸਟ ਜਿਹੜੀਆਂ ਪਾਉਂਦਾ ਰਹਿਣਾ। भले ही इजराइल उसे मारकर गिरा रहा। हजरत हॉलीवुड के टॉप एक्टर पूरी तरह से फिलिस्तीन के समर्थन में हैं। आप इस चेहरे को, इस कैरेक्टर को पहचानते होंगे, डॉक्टर स्ट्रेंज। जी हाँ, ब्रिटेन में तस्वीर ये देखिए, एक शो हुआ जिसके अंदर डॉक्टर स्ट्रेंज का कैरेक्टर निभाने वाले एक्टर ने फिलिस्तीन का समर्थन किया और फिलिस्तीन के अंदर जो इजराइल ने बमबारी की, एक राइटर की जो मौत हुई जिसमें, उनकी बात को और उनकी लाइन को उन्होंने पढ़ा, कोट किया और फिलिस्तीन को फुल सपोर्ट किया। बताइए, भारत में ऐसा कोई बॉलीवुड का एक्टर तो नजर नहीं आया जो इस लेवल पर लीडर होकर फिलिस्तीन या गाजा, अरे भाई डेफिनेटली बोला हो, कोई ऐसा नजर नहीं आया। इसी तरह से जो हल्क का कैरेक्टर निभाने वाले एक्टर हैं, उन्होंने दूसरी मर्तबा एक पॉडकास्ट में साफ कहा कि इजराइल गज्जा के अंदर जेनोसाइड कर रहा है और हर तरह के इल्जाम से बचने के लिए वो धर्म का इस्तेमाल कर रहा है। ऐसी बहुत सारी जगह हैं जहां धर्म के नाम पर दूसरे समुदाय के लोग ਯਾਰ ਦੇਖੋ, ਮੈਂ ਤੁਹਾਨੂੰ ਅੱਗੇ ਵੀ ਕਹਿਣਾ ਹੁੰਦਾ ਕਿ ਸਭ ਤੋਂ ਵੱਡਾ ਧਰਮ ਇਨਸਾਨੀਅਤ ਦਾ ਧਰਮ ਹੈ। ਤੁਸੀਂ ਜਿਹੜੀ ਮਰਜ਼ੀ ਕਮਿਊਨਿਟੀ ਤੋਂ ਬਿਲੋਂਗ ਕਰਦੇ ਆ, ਵਟਐਵਰ, ਤੁਸੀਂ ਜਿਹੜੇ ਕਾਲੇ, ਗੋਰੇ, ਬਰਾਊਨ, ਜਿਹੜੇ ਮਰਜ਼ੀ ਹੋ ਤੁਸੀਂ, ਠੀਕ ਹੈ, ਪਰ ਤੁਹਾਡਾ ਸਭ ਤੋਂ ਇੱਕ ਉੱਚਾ ਧਰਮ ਹੋਣਾ ਚਾਹੀਦਾ ਕਿ ਯਾਰ ਇਨਸਾਨੀਅਤ ਨੂੰ ਤਾਂ ਘੱਟੋ ਘੱਟ ਸਪੋਰਟ ਕਰੋ। ਜਿੱਥੇ ਕੋਈ ਬੰਦਾ ਗਲਤ ਕਰ ਰਿਹਾ ਉੱਥੇ ਆਵਾਜ਼ ਚੁੱਕ ਲਓ ਯਾਰ। ਆਵਾਜ਼ ਤੁਸੀਂ ਚੱਕਣੀ ਕੀ ਹੈ, ਸਿਰਫ ਇੱਕ ਬੋਲਣਾ ਹੀ ਹੈ ਮੂੰਹ ਚੋਂ। ਤੁਹਾਨੂੰ ਮੈਂ ਕਿਹੜਾ ਕਹਿਣ ਡਿਆ ਵੀ ਤੁਸੀਂ ਜਾ ਕੇ ਜਿਹੜੇ ਵੱਡੇ ਵੱਡੇ ਬਾਲੀਵੁੱਡ ਦੇ ਆਰਟਿਸਟ ਹੈ ਇਹ ਜਾ ਕੇ ਉੱਥੇ ਕੋਈ ਸਟੈਂਡ ਲੈ ਲੈਣ। ਯਾਰ ਬਾਲੀਵੁੱਡ ਤਾਂ ਨਾ, ਮੈਂ ਕਹਿੰਦਾ
ਮਤਲਬ ਬੇੜਾ ਗਰਕ ਹੈ ਇਹਨਾਂ ਲੋਕਾਂ ਦਾ, ਇਹਨਾਂ ਨੂੰ ਪੈਸੇ ਤੋਂ ਇਲਾਵਾ ਹੋਰ ਕੱਖ ਜੀ ਨਹੀਂ ਦਿਸਦਾ। ਤੁਸੀਂ ਦੇਖੋ ਵੀ ਪੰਜਾਬ ਦੇ ਵਿੱਚ ਹੜ੍ਹ ਆਈ, ਉਦੋਂ ਨਹੀਂ ਇਹਨਾਂ ਦੀ ਕਿਸੇ ਦੀ ਜ਼ੁਬਾਨ ਨਿਕਲੀ। ਜਦੋਂ ਬੀਜੇਪੀ ਦੇ ਮਿਨਿਸਟਰ ਆਉਣ ਲੱਗੇ, ਦੇਖਣ ਲੱਗੇ ਕੋਈ 10-15 ਦਿਨਾਂ ਬਾਅਦ, ਉਦੋਂ ਇਹਨਾਂ ਨੂੰ ਸੁੱਤੇ ਉੱਠਿਆਂ ਨੂੰ ਯਾਦ ਆ ਗਿਆ ਕਿ ਹਾਂ ਵੀ ਅੱਛਾ ਅਸੀਂ ਕੋਈ ਸਟੇਟਮੈਂਟ ਦੇਣੀ ਹੈ, ਅਸੀਂ ਚਲੋ ਦੇ ਦਿੰਦੇ ਹਾਂ। ਫਾਰਮਰ ਸਪੋਰਟ ਵੇਲੇ ਵੀ ਇਹੀ ਇਹਨਾਂ ਦਾ ਪੰਗਾ ਹੋਇਆ ਸੀਗਾ ਕਿ ਜਦੋਂ ਇੰਟਰਨੈਸ਼ਨਲ ਕੋਈ ਸ਼ਕੀਰਾ ਵਰਗੀਆਂ ਤੇ ਜਾਂ ਉਹ ਰਿਹਾਨਾ ਵਰਗੀਆਂ ਜਿਹੜੀਆਂ ਇੰਟਰਨੈਸ਼ਨਲ ਜਿਹੜੀਆਂ ਸਟਾਰ ਹੈ, ਉਹ ਜਦੋਂ ਫਾਰਮਰਸ ਦੇ ਹੱਕ ਦੇ ਲਈ ਟਵੀਟ ਕਰ ਦਿੰਦੀਆਂ ਨਾ, ਤੇ ਫਿਰ ਬਾਲੀਵੁੱਡ ਵਾਲਿਆਂ ਨੂੰ ਸਾਰਿਆਂ ਨੂੰ ਮਿਰਚਾਂ ਲੱਗਦੀਆਂ, ਡੂੰਘੀ ਤਰ੍ਹਾਂ ਚੰਗੀ ਤਰ੍ਹਾਂ ਮਿਰਚਾਂ ਲੱਗਦੀਆਂ, ਫਿਰ ਉਹ ਟਵੀਟਾਂ ਕਰਦੇ ਆ ਰਿਹਾਨਾ ਦੇ ਖਿਲਾਫ। ਮਤਲਬ ਆਹ ਦਾ ਇਹਨਾਂ ਦਾ ਉਹ ਹੈ। ਤੇ ਤੁਸੀਂ ਕਿੱਥੋਂ ਉਮੀਦ ਕਰ ਲਓਗੇ ਕਿ ਇਹ ਗਜ਼ਾ ਦੇ ਵਿੱਚ ਜਿਹੜੇ ਉੱਥੇ ਬੇਕਸੂਰ ਮਰ ਰਹੇ ਆ, ਉਹਨਾਂ ਦੇ ਹੱਕ 'ਚ ਕੋਈ ਜਾਂ ਕੋਈ ਟ੍ਰਿਬਿਊਟ ਦੇ ਦੇਣਗੇ ਜਾਂ ਕੁਝ ਕਰ ਦੇਣਗੇ? ਭੁੱਲ ਜਾਓ, ਇਹੀ ਭੁੱਲ ਜਾਓ। ਤਾਈਓ ਕਹਿੰਦਾ ਬਾਈਕਾਟ ਕਰੋ ਇਹਨਾਂ ਚੀਜ਼ਾਂ ਦਾ, ਠੀਕ ਹੈ। ਐਜ਼ ਅ ਇੰਡੀਅਨ ਸਾਨੂੰ ਘੱਟੋ ਘੱਟ ਇੰਨਾ ਕੁ ਤਾਂ ਪਤਾ ਹੋਣਾ ਚਾਹੀਦਾ ਯਾਰ ਕਿ ਜੇਕਰ ਬੰਦਾ ਕੋਈ ਕਿਤੇ ਮਰ ਰਿਹਾ ਤਾਂ ਉਹਦੀ ਮੌਤ ਤੇ ਹੱਸੋ ਤਾਂ ਨਾ ਘੱਟੋ ਘੱਟ, ਠੀਕ ਹੈ। ਮਤਲਬ ਪਤਾ ਨਹੀਂ ਕੀ ਮਾਈਂਡ ਸੈਟ ਹੈ ਯਾਰ ਲੋਕਾਂ ਦਾ, ਐਡਾ ਮੈਂਟਲ ਲੈਵਲ ਗਿਰ ਚੁੱਕਿਆ ਨਾ ਅੱਜ ਕੱਲ੍ਹ ਲੋਕਾਂ ਦਾ। दिया जाता है, जेल भेजा जाता है, मारा जाता है। जिन लोगों को इजराइल के लोग, इजराइल की सरकार और इजराइल बड़ा अच्छा लग रहा है, सुन लीजिए हकीकत। पिछले साल ही लगभग एक कम 80,000 इजरायलियों ने, 79,000 इजरायलियों ने अपना मुल्क इजराइल परमानेंटली छोड़ दिया है और विदेश जाकर बस गए हैं। यूएन के ऑफिशियल ने कहा है कि इजराइल जो हमारे सवाल में जवाब लौटा रहा है ना हमें, वो जवाब इस तरह से दे रहा है कि अब हम बोर हो गए हैं। वही जवाब, और ऐसा लग रहा है कि इजराइल के पास जवाब देने के लिए कुछ नहीं है। इजराइल ऐसे रिप्लाई कर रहा है जैसे वो चैट जीपीटी से लिखवा के हमें जवाब दे रहा हो। सुनिए। The Israeli Foreign Ministry today decried a distorted and false report and said that 3 individuals, so referring to the Commission of Inquiry, 3 individuals serving as Hamas proxies, notorious for their openly anti-Semitic positions. Could you please comment on that? These reports should be taken seriously, but honestly, the Israeli responses are becoming so boring. You know, they say the same thing every time. They're producing the responses by ChatGPT these days. And they spend so much money in the foreign ministry on propaganda. इधर हमास के ऑफिशियल का लंबे समय के बाद स्टेटमेंट आया, कहा कि इजराइल गाजा के अंदर जेनोसाइड कर रहा है, कब्जा करना चाह रहा है। हम तो डील करना चाह रहे हैं। 30 दिन में कहीं भी 4 दिन की छुट्टी मिलती है ना, 4 दिन का ऑफ, बस काम हो गया यूट्यूब का। 30 दिन का वीडियो कंटेंट प्लान। लेकिन इजराइल ऐसा नहीं करना चाहता। यूरोपीय यूनियन की जो चीफ है, उन्होंने बड़ा ऐलान किया। कॉपीराइट के चलते मैं आपको सुना तो नहीं सकता, लेकिन देख लीजिए। इसमें उन्होंने कहा कि हम इजराइल पर पाबंदी लगाएंगे, और क्लियर किया कि हम इजराइल पर पाबंदी ये इजराइल को सजा देने के तौर पर नहीं लगा रहे हैं। हम इजराइल पर पाबंदी जो लगाने वाले हैं वो इसलिए ताकि गाजा की सिचुएशन ठीक हो जाए। हालांकि हमारा मानना दोस्तों ये है कि यूरोपीय यूनियन कुछ भी कर ले, पाबंदी नहीं लगा पाएगा, क्योंकि वोटिंग होगी और वोटिंग में इजराइल के ऊपर पाबंदी लगाने से इनकार किया जाएगा। इजराइल पहले ही बोल चुका है ये बात सुनने के बाद कि हम यूरोपीय यूनियन को इसका जवाब जरूर देंगे। अल जजीरा को इंटरव्यू देते हुए पाकिस्तान के विदेश मंत्री ने बड़ी खतरनाक बात कही। पाकिस्तान के विदेश मंत्री ने प्रपोज किया है कि अरब और मुस्लिम देश की सेना को गजा में तैनात होना चाहिए और अरब देशों को एक साथ आकर गाजा के अंदर हेल्प करना चाहिए। लेकिन ये स्टेटमेंट पाकिस्तान पर कितना भारी पड़ेगा, क्योंकि अब इस वक्त पाकिस्तान इजराइल की आंखों में डायरेक्ट चुभने वाला है। वहीं पाकिस्तान के डिफेंस मिनिस्टर ने यह भी ओपनली कह दिया है कि जो अमेरिका के नेता हैं वो इजराइल से ओपनली रिश्वत ले रहे हैं। जाहिर सी बात है, सारा खेल पैसे का है और ये सबको पता है कि इजराइल जो करता है पैसे के दम पर करता है। हजारों कोशिश के बावजूद जो नए पॉप बने हैं, आखिरकार उनके मुंह से वो बात निकल गई है जो इजराइल नहीं चाहता था। उन्होंने भी पूरी तरह से आलोचना की है और कहा कि गाजा के अंदर जो कुछ हो रहा है ये जेनोसाइड है। और ਚਲੋ ਸ਼ੁਕਰ ਹੈ ਕਿ ਜਿਹੜੇ ਵੱਡੇ ਵੱਡੇ ਲੀਡਰ ਹੈ, ਜਿਹੜੇ ਵਧੀਆ ਪਦਵੀਆਂ ਤੇ ਹੈਗੇ ਆ, ਉਹ ਕੁਝ ਕਹਿਣ ਦੇ ਆ। ਐਂਡ ਪਾਕਿਸਤਾਨ ਦਾ ਇੱਥੇ ਸਟੈਂਡ ਲੈਣਾ ਬਣਦਾ ਵੀ। ਪਾਕਿਸਤਾਨ ਦੀ ਮੀਡੀਆ, ਪਾਕਿਸਤਾਨ ਦੇ ਅਫੀਸ਼ੀਅਲਸ, ਪਾਕਿਸਤਾਨ ਦੇ ਲੋਕ ਬੜੇ ਟਾਈਮ ਤੋਂ ਇਹ ਗੱਲਾਂ ਕਰਦੇ ਆ ਕਿ ਇਜ਼ਰਾਈਲ ਜੋ ਹੈ ਉਹ ਮਤਲਬ ਬਹੁਤ ਹੀ ਕਹਿੰਦੇ ਵੀ ਜੋ ਯਹੂਦੀ ਕੌਮ ਹੈ, ਯਹੂਦੀ ਕੌਮ ਨਾਲ ਮੁਸਲਿਮਸ ਦਾ ਵੈਸੇ ਹੀ ਜਿਹੜਾ ਤਾਲਮੇਲ ਜਿਹੜਾ ਖਤਰਨਾਕ ਹੀ ਹੈ, ਸ਼ੁਰੂ ਤੋਂ ਬਣਦਾ ਨਹੀਂ ਇਹਨਾਂ ਦਾ। ਤਾਂ ਮੇਰੇ ਖਿਆਲ ਪਾਕਿਸਤਾਨ ਦੇ ਜਿਹੜੇ ਅਫੀਸ਼ੀਅਲਸ ਆ ਉਹਨਾਂ ਨੂੰ ਸਟੈਪ ਲੈ ਲੈਣਾ ਚਾਹੀਦਾ ਹੁਣ ਤੱਕ। ਤਾਂ ਬਹੁਤ ਲੇਟ ਹੈ ਸਗੋਂ ਮੇਰੇ ਅਕੋਰਡਿੰਗ ਤਾਂ ਇਹਨਾਂ ਨੂੰ ਪਹਿਲਾਂ ਹੀ ਇਹ ਚੀਜ਼ਾਂ ਸਾਰੇ ਜਿਹੜੇ ਮੁਸਲਿਮ ਦੇਸ਼ ਇਹਨਾਂ ਨੂੰ ਇਕੱਠੇ ਹੋ ਕੇ ਗਜ਼ਾ ਦੀ ਸਪੋਰਟ ਕਰਨੀ ਚਾਹੀਦੀ ਹੈ। ਪਤਾ ਨਹੀਂ ਇਹ ਪਿੱਛੇ ਕੀ ਤੋਂ ਡਰਦੇ ਆ, ਅਮਰੀਕਾ ਤੋਂ ਡਰਦੇ ਆ ਜਾਂ ਕੀ ਹੈ, ਵਟਐਵਰ ਆਈ ਡੋਂਟ ਨੋ। ਕਿੱਥੇ ਇੰਨੇ ਦੇਸ਼ ਜਦੋਂ ਇਕੱਠੇ ਹੋ ਜਾਣ, ਉਹੀ ਤਾਂ ਗੱਲ ਹੈ ਕਿ ਬਾਈ ਜਿਵੇਂ ਹੁਣ ਸਿੱਖ ਕੌਮ, ਉਹ ਸਾਡਾ ਇੱਕ ਨਾ ਨਾਰਾ ਬੁਲੰਦਾ ਕਿ ਸਿੱਖ ਕੌਮ ਕਦੇ ਨਾ ਹਾਰੇ ਜੇ ਸਿੱਖ ਸਿੱਖ ਨੂੰ ਨਾ ਮਾਰੇ। ਉਹ ਗੱਲ ਹੈ ਕਿ ਜਦੋਂ ਤੁਹਾਡੇ ਭੇਤੀ ਹੁੰਦੇ ਨਾ, ਤੁਹਾਡੀ ਆਪਦੀ ਕੌਮ ਦੇ ਗੱਦਾਰ ਹੁੰਦੇ ਜਿਹੜੇ, ਉਹੀ ਤੁਹਾਨੂੰ ਢਾਲ ਆਉਂਦੇ ਆ। ਨਹੀਂ ਤਾਂ ਡਰਦੇ ਤਾਂ ਅਸੀਂ ਕਿਸੇ ਦੇ ਪਿਓ ਤੋਂ ਨਹੀਂ, ਹੈ ਨਾ, ਉਹ ਚੀਜ਼ ਹੁੰਦੀ ਆ। ਪਰ ਜਦੋਂ ਤੁਹਾਡੇ ਅੰਦਰ ਗੱਦਾਰ ਬੈਠੇ ਹੁੰਦੇ ਆ ਨਾ, ਉਹ ਤੁਹਾਨੂੰ ਖਤਮ ਕਰਦੇ ਆ। ਸੋ ਇਹ ਤਾਂ ਬਹੁਤ ਟਾਈਮ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਇਹ ਤਾਂ ਹਜੇ ਬਹੁਤ ਸਲੋ ਹੈ ਕੰਮ ਮੇਰੇ ਖਿਆਲ। अंदर इस तरह का जुल्म बर्दाश्त नहीं किया जाना चाहिए। Esprimo la mia profonda vicinanza I express my deep closeness with the Palestinian people in Gaza, che continua a vivere nella paura, who continue to live in fear and survive in unacceptable conditions, forced once again to leave their land. con la forza a spostarsi ancora una volta dalle proprie terre.
before the Almighty Lord who commanded us not to kill, and in front of the whole of human history, every person always has an inviolable dignity that must be respected and protected. persona ha sempre una dignità inviolabile da rispettare e da custodire. आयरलैंड के राष्ट्रपति ने तो जो बात कही वो 100% सच। उन्होंने साफ कहा कि जो देश इजराइल को हथियार दे रहे हैं उनको यूएन से निकाल देना चाहिए। सुन लीजिए। And I believe myself that the kind of actions that are necessary now are the exclusion of those who are practicing genocide and those who are supporting genocide with armaments. We must look at their exclusion from the United Nations itself. And we should have no hesitation any longer in relation to ending trade with people who are inflicting this attack. ਓਕੇ ਜੀ ਮਿੱਤਰੋ, ਇਸ ਦੀ ਅੱਜ ਦੀ ਇੱਕ ਵੀਡੀਓ ਜਿਹਦੇ ਵਿੱਚ ਆਪਾਂ ਦੇਸ਼ ਭਰ ਦੇ ਵਿੱਚ ਜਿਹੜੀ ਇਜ਼ਰਾਈਲ ਨੂੰ ਲੈ ਕੇ ਜਿਹੜੀਆਂ ਗੱਲਾਂ ਬਾਤਾਂ ਚੱਲਣ ਡੀਆਂ ਉਹਦੇ ਬਾਰੇ ਆਪਾਂ ਅੱਜ ਗੁਫ਼ਤਗੂ ਸੁਣੀ ਹੈ ਤੇ ਨਾਲ ਨਾਲ ਗੱਲਾਂ ਬਾਤਾਂ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਐਜ਼ ਅ ਇੱਕ ਐਜ਼ ਅ ਯੂਟਿਊਬਰ ਔਰ ਐਜ਼ ਅ ਹਿਊਮਨ ਬੀਇੰਗ ਔਰ ਐਜ਼ ਅ ਇੰਡੀਅਨ ਮੇਰੀ ਇਹੀ ਸੋਚ ਹੈ ਕਿ ਜੋ ਗਜ਼ਾ ਦੇ ਵਿੱਚ ਜਿਹੜਾ ਜੈਨੋਸਾਈਡ ਹੋ ਰਿਹਾ ਹੈ ਇਹਨੂੰ ਖਤਮ ਕਰਨਾ ਚਾਹੀਦਾ, ਇਹਨੂੰ ਰੁਕਣਾ ਚਾਹੀਦਾ, ਠੀਕ ਹੈ। ਤੇ ਇਹਦੇ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ। ਹੁਣ ਬਹੁਤ ਹਾਲਾਂਕਿ ਬਹੁਤ ਲੇਟ ਹੈ ਇਹ ਚੀਜ਼, ਠੀਕ ਹੈ। ਦੇਖੋ ਕਿੰਨੇ ਸਾਲਾਂ ਤੋਂ ਇਹ ਚੀਜ਼ ਚੱਲਣ ਰਹੀ ਹੈ ਤੇ ਹੁਣ ਜਾ ਕੇ ਜਿਹੜੇ ਜਿਵੇਂ ਹੁਣ ਆਇਰਲੈਂਡ ਦੇ ਇੱਕ ਮਿਨਿਸਟਰ ਨੇ ਬਿਆਨ ਦਿੱਤਾ, ਪਾਕਿਸਤਾਨ ਡਿਫੈਂਸ ਮਿਨਿਸਟਰ ਨੇ ਜੋ ਬਿਆਨ ਦਿੱਤਾ, ਪੋਪ ਨੇ ਬਿਆਨ ਦਿੱਤਾ, ਹੋਰ ਵੀ ਕਾਫੀ ਸਾਰੇ ਲੋਕ ਸੀ ਜਿਨ੍ਹਾਂ ਨੇ ਬਿਆਨ ਦਿੱਤੇ, ਠੀਕ ਹੈ। ਤਾਂ ਉਹਨਾਂ ਨੇ ਹੁਣ ਜਾ ਕੇ ਜਿਹੜੀਆਂ ਇਹ ਚੀਜ਼ਾਂ ਕਰਨੀਆਂ ਸ਼ੁਰੂ ਕੀਤੀਆਂ। ਚਲੋ ਦੇਰ ਆਏ ਦਰੁਸਤ ਆਏ, ਪਰ ਜਿਹੜਾ ਐਡਾ ਨੁਕਸਾਨ ਹੋ ਗਿਆ ਉਹ ਬਚ ਸਕਦਾ ਸੀ ਜੇਕਰ ਇਹ ਸਾਰੇ ਦੇਸ਼ ਪਹਿਲਾਂ ਥੋੜੀ ਜਿਹੀ ਅੱਖ ਖੋਲ ਲੈਂਦੇ। ਹੁਣ ਇਹਨਾਂ ਨੂੰ ਇਹ ਚੀਜ਼ਾਂ ਦਾ ਡਰ ਸ਼ਾਇਦ ਤਾਂ ਲੱਗ ਰਿਹਾ ਕਿਉਂਕਿ ਸਾਰਿਆਂ ਨੂੰ ਆਪਦੀ ਪਈ ਹੈ, ਕਿਉਂਕਿ ਇਜ਼ਰਾਈਲ ਜਿਹੜਾ ਉਹ ਹਰ ਪਾਸੇ ਪੰਗੇ ਲੈਣ ਦੀ ਸੋਚ ਰਿਹਾ। ਹੁਣ ਪਤਾ ਨਹੀਂ ਉਹਦਾ ਕੀ ਲੌਜਿਕ ਹੈ, ਕਿ ਉਹਦੀ ਜੋ ਵਾਰ ਸਟ੍ਰੈਟੇਜੀ ਹੈ ਕਿ ਉਹ ਕਿਉਂ ਪੰਗੇ ਲੈਣ ਡਿਆ ਸਾਰਿਆਂ ਨਾਲ, ਹੈ ਨਾ। ਮਤਲਬ ਚਲੋ ਰੀਜ਼ਨ ਤਾਂ ਸਾਰਿਆਂ ਦੇ ਸਾਹਮਣੇ ਉਹ ਰੱਖਦੇ ਆ ਕਿ ਇਹ ਰੀਜ਼ਨ ਆ, ਪਰ ਉਹ ਵਾਲੇ ਰੀਜ਼ਨ ਛੱਡ ਕੇ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਮੈਂ। ਕਿਉਂਕਿ ਦੇਖੋ ਜਾਂ ਤਾਂ ਇਹ ਹੁੰਦਾ ਹੈ ਕਿ ਡੁੱਬਦਾ ਬੰਦਾ ਕੀ ਨਹੀਂ ਕਰਦਾ, ਜਾਂ ਤਾਂ ਉਹਨਾਂ ਨੂੰ ਪਤਾ ਵੀ ਅਸੀਂ ਗਏ, ਠੀਕ ਹੈ। ਤੇ ਜਾਂ ਫਿਰ ਉਹਦੇ ਪਿੱਛੇ ਕੋਈ ਹੋਰ ਪਾਵਰ ਬਹੁਤ ਵੱਡੀ ਪਾਵਰ ਹੈ ਜਿਹੜੀ ਮਤਲਬ ਉਹ ਲੋਕਾਂ ਨੂੰ ਦਿਖਾਉਣਾ ਨਹੀਂ ਚਾਹੁੰਦੇ, ਪਰ ਉਹ ਉਹਦੇ ਦਮ ਤੇ ਉੱਡੇ ਫਿਰਦੇ ਆ, ਠੀਕ ਹੈ ਜੀ। ਸੋ ਇਹਦਾ ਹੁਣ ਮੂੰਹ ਤੋੜ ਜਵਾਬ ਤਾਂ ਦੇਣਾ ਪੈਣਾ ਮੈਨੂੰ ਲੱਗਦਾ। ਤੇ ਇੰਡੀਅਨਸ ਦੀ ਜੇਕਰ ਗੱਲ ਕਰੀਏ ਤਾਂ ਇੰਡੀਅਨਸ ਜਿਹੜੇ ਲੋਕ ਹੈ ਨਾ ਕਾਫੀ ਸਾਰੇ ਨਹੀਂ ਕਹਿ ਸਕਦੇ, ਕੁਝ ਕੁ ਲੋਕ ਆ ਜਿਹੜੇ ਇਜ਼ਰਾਈਲ ਦੀ ਸਪੋਰਟ ਕਰਦੇ ਆ, ਠੀਕ ਹੈ। ਆਈ ਡੋਂਟ ਨੋ ਉਹਦੇ ਪਿੱਛੇ ਕੀ ਹੈ, ਪਰ ਸਭ ਤੋਂ ਵੱਡਾ ਰੀਜ਼ਨ ਹਮੇਸ਼ਾ ਮੀਡੀਆ ਹੀ ਰਹਿੰਦਾ ਹੈ। ਇੰਡੀਆ ਦੇ ਵਿੱਚ ਲੋਕਾਂ ਦਾ ਮਾਈਂਡ ਸੈਟ ਜਿਹੜਾ ਚੇਂਜ ਕਰ ਸਕਦਾ ਨਾ ਕੋਈ, ਤਾਂ ਉਹ ਸਿਰਫ ਤੇ ਸਿਰਫ ਗੋਦੀ ਮੀਡੀਆ ਉਹ ਚੀਜ਼ ਆਪਣਾ ਪੂਰੇ ਧਰਮ ਦੇ ਨਾਲ ਨਿਭਾ ਰਹੀ ਹੈ ਕਿ ਹਾਂ ਉਹਨਾਂ ਨੇ ਜੋ ਵੀ ਚੀਜ਼ ਜੋ ਸੈੱਟ ਕਰਨੀ ਹੈ ਨਾ ਉਹ ਉੱਥੇ। ਕਿਉਂਕਿ ਦੇਖੋ ਇੰਡੀਅਨ ਮੀਡੀਆ ਦੇ ਵਿੱਚ ਜੋ ਇੰਟਰਨਲ ਜੋ ਚੀਜ਼ਾਂ ਨਾ ਉਹੀ ਨਹੀਂ ਮਾਣ, ਹੁਣ ਤੁਹਾਨੂੰ ਆਹ ਇਨਫੋਰਮੇਸ਼ਨ ਤੁਹਾਨੂੰ ਕਿਤੇ ਪ੍ਰੋਵਾਈਡ ਹੋ ਜਾਏਗੀ ਉਹ, ਠੀਕ ਹੈ। ਕਿਉਂਕਿ ਬਿਹਾਰ ਦੇ ਵਿੱਚ ਇਲੈਕਸ਼ਨ ਚੱਲਣ ਡੇ, ਉਹ ਹੋ ਗਿਆ, ਜਾਂ ਮੋਦੀ ਜੀ ਨੂੰ ਗਾਲ ਕੱਢੀ ਗਈ, ਮੋਦੀ ਜੀ ਦਾ ਬਰਥਡੇ, ਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਨਿੱਕੀਆਂ ਖਬਰਾਂ ਹੁੰਦੀਆਂ ਇਹ ਉਹਨਾਂ ਨੂੰ ਬਹੁਤ ਵਧਾ ਚੜਾ ਕੇ ਦੱਸਦੇ ਆ, ਠੀਕ ਹੈ। ਉਹ ਇਹ ਚੀਜ਼ਾਂ ਕਵਰ ਹੀ ਨਹੀਂ ਕਰਦੇ। ਸੋ ਸਾਡੇ ਦੇਸ਼ ਦੇ ਲੋਕਾਂ ਨੂੰ ਇਹ ਗੱਲਾਂ ਪਤਾ ਕਿਵੇਂ ਲੱਗਣ, ਇਸੇ ਕਰਕੇ ਉਹ ਜਿਹੜੇ ਕੁਝ ਕੁ ਚੈਨਲ ਹੈ ਜਿਹੜੇ ਵਧੀਆ ਰਿਪੋਰਟਿੰਗ ਕਰਦੇ ਆ, ਪਰ ਬਾਕੀ ਸਾਰੇ ਇਹੋ ਜਿਹੀਆਂ ਚੀਜ਼ਾਂ ਹੀ ਕਰਦੇ ਆ, ਠੀਕ ਹੈ ਜੀ। ਸੋ ਤੁਹਾਨੂੰ ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਤੁਸੀਂ ਵਧੀਆ ਕੰਟੈਂਟ ਕੰਜ਼ਿਊਮ ਕਰੋ, ਵਧੀਆ ਜਿਹੜੇ ਚੈਨਲਸ YouTube ਚੈਨਲਸ ਜਾਂ ਵਧੀਆ TV ਚੈਨਲਸ ਆ ਉਹ ਦੇਖੋ, ਠੀਕ ਹੈ। ਤਾਂ ਕਿਉਂਕਿ ਦੇਖੋ ਇੱਥੇ ਹੁਣ ਆਈ ਡੋਂਟ ਨੋ ਕਿ ਇਹ ਡਿਕਟੇਟਰਸ਼ਿਪ ਹੈ ਜਾਂ ਕੀ ਹੈ। ਹੁਣ ਪਿੱਛੇ ਜੇ ਜੋ ਅਦਾਨੀ ਦੇ ਕਹਿਣ ਤੇ ਕਾਫੀ ਸਾਰੇ ਜਿਹੜੇ YouTube ਚੈਨਲਸ ਹੈ ਉਹਨਾਂ ਤੇ ਸਟ੍ਰਾਈਕਾਂ ਭੇਜੀਆਂ ਗਈਆਂ। ਕਿਉਂਕਿ ਉਹ ਜਿਹੜੇ ਹੈ ਅਦਾਨੀ ਨੇ ਮਤਲਬ ਡਿਫੇਮੇਸ਼ਨ ਦਾ ਜਿਹੜਾ ਕੇਸ ਪਾਇਆ ਵੀ ਮਤਲਬ ਮੇਰੀ ਇਮੇਜ ਨੂੰ ਖਰਾਬ ਕੀਤਾ ਜਾ ਰਿਹਾ ਇਹਨਾਂ ਨਿਊਜ਼ ਚੈਨਲਸ ਦੇ ਜ਼ਰੀਏ, ਇਹਨਾਂ TV ਚੈਨਲਸ ਦੇ ਜ਼ਰੀਏ। ਤਾਂ ਉਹਨਾਂ ਨੇ ਜਿਹੜੀ ਇਹ ਚੀਜ਼ ਕੀਤੀ ਹੈ, ਮਤਲਬ ਦੇਖੋ ਇਹਦੇ 'ਚ ਹੁਣ ਆਈ ਡੋਂਟ ਨੋ ਕਿ ਇਹ ਫਰੀडम ਆਫ ਸਪੀਚ ਜਾਂ ਕਿਸ ਲੈਵਲ ਤੱਕ ਇੱਥੇ ਵਰਕ ਕਰਦੀ ਹੈ। ਆਈ ਡੋਂਟ ਨੋ ਅਬਾਊਟ ਦੈਟ। ਮਤਲਬ ਤੁਸੀਂ ਦੇਖੋ ਵੀ ਕਿਤੇ ਇੱਕ ਕੋਰੀਆ ਵਰਗਾ ਜਿਹੜਾ ਦੇਸ਼ ਹੈ ਜਿੱਥੇ ਕੰਪਲਸਰੀ ਹੈ ਕਿ ਹਾਂ ਵੀ ਆਪਦੇ PM ਦੀ ਜਾਂ ਪ੍ਰੈਜ਼ੀਡੈਂਟ ਦੀ ਜਿਹੜੀ ਫੋਟੋ ਆ ਉਹ ਹਰ ਘਰ ਦੇ ਵਿੱਚ ਲੱਗੀ ਹੋਣੀ ਚਾਹੀਦੀ ਹੈ। ਜੇ ਉਹਦਾ ਘਰ ਦਾ ਕੋਈ ਜੀਅ ਵੀ ਮਰਦਾ ਤਾਂ ਤੁਸੀਂ ਵੀ ਰੋਣਾ ਹੈ ਨਾਲ। ਮਤਲਬ ਇਹੋ ਜਿਹੀ ਡਿਕਟੇਟਰਸ਼ਿਪ ਹੈ ਯਾਰ ਅੱਜ ਕੱਲ੍ਹ ਦੁਨੀਆ ਦੇ ਵਿੱਚ, ਇਹ ਵੀ ਚੀਜ਼ਾਂ ਚੱਲਣ ਡਈਆਂ। ਅਸੀਂ ਇਹੋ ਜਿਹੀ ਦੁਨੀਆ 'ਚ ਰਹਿ ਰਹੇ ਹਾਂ, ਤਾਂ ਇਹ ਕੋਈ ਦੇਰ ਨਹੀਂ ਲੱਗਣੀ ਕਿ ਸਾਡੇ ਦੇਸ਼ ਵੀ ਜਿਹੜੇ ਇਹੋ ਜਿਹੀ ਕੰਡੀਸ਼ਨ ਦੇ ਵਿੱਚ ਆ ਜਾਣ ਤੇ ਇਹੋ ਜਿਹੇ ਬਣ ਜਾਣ। ਇਹਦੇ ਵਿੱਚ ਕੋਈ ਮਤਲਬ ਸ਼ੌਕਿੰਗ ਵਾਲੀ ਗੱਲ ਹੈ ਨਹੀਂ ਗੀ, ਇਹ ਹੋ ਸਕਦਾ, ਪੋਸੀਬਲ ਹੈ। ਸੋ ਬਾਕੀ ਤੁਹਾਨੂੰ ਕੀ ਲੱਗਦਾ ਥੱਲੇ ਕਮੈਂਟ ਕਰਕੇ ਦੱਸਿਓ ਜੋ ਇਹ ਹਾਲਾਤ ਹੈ ਦੇਖਣ ਨੂੰ ਮਿਲ ਰਹੇ ਆ। ਸੋ ਪਾਕਿਸਤਾਨ ਦੀ ਜਿਹੜੀ ਸਾਊਦੀ ਅਰੇਬੀਆ ਦੇ ਨਾਲ ਡੀਲ ਹੈ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਜਸਟ ਟੂ ਲੈਟ ਮੀ ਇਨ ਦ ਕਮੈਂਟ ਸੈਕਸ਼ਨ ਬਿਲੋ। ਮਿਲਦੇ ਨੈਕਸਟ ਵੀਡੀਓ, ਟਿਲ ਦੈਨ ਮੇਕ ਸ਼ੋਰ ਯੂ ਹਿਟ ਦੈਟ ਸਬਸਕ੍ਰਾਈਬ। ਪੰਜਾਬੀ ਰੀਅਲ